ਕਹਿੰਦੇ ਹਨ ਦਰਿਆ ਝਨਾ ਦੇ ਕੰਢੇ ਝੰਗ ਸਿਆਲਾਂ ਦੇ ਇੱਕ ਸਰਦਾਰ ਮਲਕ ਚੂਚਕ ਦੇ ਘਰ ਇੱਕ ਲੜਕੀ ਪੈਦਾ ਹੋਈ ਜਿਸ ਦਾ ਨਾਂ ਹੀਰ ਰੱਖਿਆ ਗਿਆ। ਖੁੱਲ੍ਹੇ ਡੁੱਲੇ ਮਾਹੌਲ ਅਤੇ ਮਾਪਿਆਂ ਦੇ ਲਾਡ ਪਿਆਰ ਵਿੱਚ ਪਲੀ ਹੀਰ ਇੰਨੀ ਸੋਹਣੀ ਸੀ ਕਿ ਉਹਦੀ ਸੁੰਦਰਤਾ ਦੀ ਚਰਚਾ ਨੇੜੇ ਤੇੜੇ ਦੇ ਇਲਾਕੇ ਤੱਕ ਪਹੁੰਚ ਗਈ। ਇਸੇ ਇਲਾਕੇ ਵਿੱਚ ਤਖਤ ਹਜ਼ਾਰਾ ਨਾਂ ਦੇ ਪਿੰਡ ਵਿੱਚ ਇੱਕ ਚੌਧਰੀ ਮੌਜੂ ਰਹਿੰਦਾ ਸੀ ਜਿਹਦੇ 8 ਪੁੱਤਰ ਸੀ। ਇਹਨਾਂ ਵਿੱਚੋਂ ਸਭ ਤੋਂ ਛੋਟਾ ਰਾਂਝਾ ਸੀ ਤੇ ਉਹਨੂੰ ਪਿਆਰ ਨਾਲ ਧੀਦੋ ਵੀ ਕਹਿੰਦੇ ਸੀ। ਉਹ ਆਪਣੇ ਪਿਓ ਦਾ ਸਭ ਤੋਂ ਲਾਡਲਾ ਪੁੱਤ ਸੀ ਤੇ ਰਾਂਝਾ ਸਾਰਾ ਦਿਨ ਵੰਝਲੀ ਵਜਾਉਂਦਾ ਰਹਿੰਦਾ ਤੇ ਐਸ਼ਾਂ ਕਰਦਾ ਸੀ। ਇੱਕ ਤਖਤ ਹਜ਼ਾਰਿਓਂ ਗੱਲ ਕੀਚੇ ਜਿੱਥੇ ਰਾਂਝਾ ਰੰਗ ਮਚਾਇਆ ਈ। ਸ਼ੈਲ ਗੱਭਰੂ ਮਸਤ ਅਲਵੇਲੜੇ ਨੀ ਸੁੰਦਰ ਇੱਕ ਥੀ ਇੱਕ ਸਵਾਇਆ ਈ। ਵਾਲੇ ਕੋਕਲੇ ਮੁੰਦਰੀ ਮੰਝ ਲੁੰਗੀ ਨਵਾਂ ਠਾਠ ਤੇ ਠਾਠ ਚੜਾਇਆ ਈ। ਕਹੀ ਸਿਫਤ ਹਜ਼ਾਰੇ ਦੀ ਆਖ ਸਕਾਂ ਗੋਇਆ ਬੈਸਟ ਜ਼ਮੀਨ ਤੇ ਆਇਆ ਈ। ਗੋਇਆ ਬੈਸਟ ਜ਼ਮੀਨ ਤੇ ਆਇਆ ਈ। ਪਿਤਾ ਦੀ ਮੌਤ ਪਿੱਛੋਂ ਭਰਾਵਾਂ ਵਿੱਚ ਜ਼ਮੀਨ ਦੀ ਵੰਡ ਵੰਡਾਈ ਪਿੱਛੇ ਝਗੜਾ ਹੋ ਗਿਆ। ਰਾਂਝੇ ਨੂੰ ਸਭ ਤੋਂ ਮਾੜੀ ਜ਼ਮੀਨ ਦਿੱਤੀ ਗਈ। ਰਾਂਝਾ ਆਪਣੇ ਭਰਾਵਾਂ ਦੇ ਇਸ ਵਿਹਾਰ ਤੋਂ ਬਹੁਤ ਦੁਖੀ ਸੀ। ਹਜ਼ਰਤ ਕਾਜੀ ਤੇ ਪੈਂਚ ਸਦਾਏ ਸਾਰੇ ਭਾਬੀਆਂ ਜਿਮੀ ਨੂੰ ਕੱਛ ਪਵਾਇਆ ਈ। ਵੱਡੀ ਤੇ ਜ਼ਮੀਨ ਦੇ ਬਣੇ ਮਾਲਕ ਬੰਜਰ ਜਿਮੀ ਰੰਝੇਟੇ ਨੂੰ ਆਇਆ ਈ। ਕੱਛਾਂ ਮਾਰ ਸ਼ਰੀਕ ਮਜ਼ਾਕ ਕਰਦੇ ਭਾਈਆਂ ਰਾਂਝੇ ਦੀ ਬਾਬ ਬਣਾਈਆਂ ਈ। ਗੱਲ ਭਾਬੀਆਂ ਇਹੋ ਬਣਾਈ ਛੱਡੀ ਮਗਰ ਜੱਟ ਦੇ ਫੱਕੜੀ ਲਾਇਆ ਈ। ਮਗਰ ਜੱਟ ਦੇ ਫੱਕੜੀ ਲਾਇਆ ਈ। ਬਲਦੀ ਉੱਤੇ ਭਾਬੀਆਂ ਦੇ ਇਸਤਾਨੇ ਨੇ ਤੇਲ ਦਾ ਕੰਮ ਕੀਤਾ। ਜਾ ਦੇਖਾਂਗੇ ਜਦੋਂ ਤੂੰ ਸਿਆਲਾਂ ਦੀ ਹੀਰ ਵਿਆਹ ਕੇ ਲਿਆਏਂਗਾ। ਰਾਂਝਾ ਇਸ ਗੱਲ ਤੋਂ ਇੰਨਾ ਦੁਖੀ ਹੋ ਗਿਆ ਕਿ ਆਪਣਾ ਪਿੰਡ ਛੱਡ ਕੇ ਤੁਰ ਪਿਆ। ਕਰੇ ਆਕੜਾਂ ਖਾਏ ਕੇ ਦੁੱਧ ਚਾਵਲ ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ। ਆਖਣ ਦੇਵਰੇ ਨਾਲ ਨਿਹਾਲ ਹੋਈਆਂ ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ। ਇਹ ਰਾਂਝੇ ਦੇ ਨਾਲ ਹਨ ਘਿਓ ਸ਼ੱਕਰ ਪਰ ਜੀਓ ਦਾ ਭੇਤ ਨਾ ਦੱਸਦੀਆਂ ਨੇ। ਰੰਨਾਂ ਡਿੱਗਦੀਆਂ ਵੇਖ ਕੇ ਸ਼ੈਲ ਮੁੰਡਾ ਜਿਵੇਂ ਸ਼ਹਿਦ ਵਿੱਚ ਮੱਖੀਆਂ ਫਸਦੀਆਂ ਨੇ। ਇੱਕ ਤੂੰ ਕਲੰਕ ਹੈ ਅਸਾਂ ਲੱਗਾ ਹੋਰ ਸਭ ਸੁਖਾਲੀਆਂ ਵਸਦੀਆਂ ਨੇ। ਘਰੋਂ ਨਿਕਲ ਸੇ ਤੇ ਜਦੋਂ ਮਰੇ ਭੁੱਖਾ ਭੁੱਲ ਜਾਣ ਤੈਨੂੰ ਸਭੇ ਖਰਮਸਤੀਆਂ ਨੇ। ਵਾਰਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨਹੀਂ ਸਭ ਖਲਕਤਾਂ ਉਹਨਾਂ ਤੋਂ ਨੱਸਦੀਆਂ ਨੇ। ਸਭ ਖਲਕਤਾਂ ਉਹਨਾਂ ਤੋਂ ਨੱਸਦੀਆਂ ਨੇ। ਅੱਗੇ ਉਸ ਦੇ ਰਾਹ ਵਿੱਚ ਝਨਾ ਦਰਿਆ ਪੈਂਦਾ ਸੀ। ਬਿਨਾਂ ਬੇੜੀ ਤੋਂ ਇਹਨੂੰ ਪਾਰ ਕਰਨਾ ਬਹੁਤ ਔਖਾ ਸੀ। ਸਬੱਬ ਨਾਲ ਝਨਾ ਦੇ ਕੰਢੇ ਤੇ ਹੀਰ ਦੀ ਬੇੜੀ ਖੜੀ ਸੀ। ਰਾਂਝਾ ਉਸ ਬੇੜੀ ਵਿੱਚ ਚੜ੍ਹ ਗਿਆ। ਬੇੜੀ ਵਿੱਚ ਹੀਰ ਦਾ ਸੁੰਦਰ ਤੇ ਆਰਾਮਦਾਇਕ ਪਲੰਘ ਵੀ ਲੱਗਿਆ ਹੋਇਆ ਸੀ। ਰਾਂਝਾ ਸਫ਼ਰ ਤੋਂ ਇੰਨਾ ਥੱਕ ਗਿਆ ਸੀ ਕਿ ਪਲੰਘ ਉੱਤੇ ਪੈਣ ਸਾਰ ਹੀ ਉਹਨੂੰ ਨੀਂਦ ਆ ਗਈ। ਉਧਰ ਕਿਸੇ ਨੇ ਹੀਰ ਨੂੰ ਜਾ ਦੱਸਿਆ ਕਿ ਉਹਦੇ ਪਲੰਘ ਤੇ ਕੋਈ ਅਜਨਬੀ ਸੁੱਤਾ ਪਿਆ। ਕਹਿੰਦੇ ਹੀਰ ਭਰੀ ਪੀਤੀ ਆਪਣੀ ਬੇੜੀ ਕੋਲ ਆਈ ਤੇ ਕੜਕਦੀ ਹੋਈ ਰਾਂਝੇ ਨੂੰ ਛਮਕਾ ਨਾਲ ਮਾਰਨ ਲੱਗੀ। ਜਿਉਂ ਹੀ ਰਾਂਝੇ ਦੀ ਅੱਖ ਖੁੱਲੀ ਤੇ ਉਹਨੇ ਹੀਰ ਵੱਲ ਦੇਖਿਆ ਤਾਂ ਪਹਿਲੀ ਤੱਕਣੀ ਵਿੱਚ ਹੀ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਕੂਕੇ ਮਾਰ ਹੀ ਮਾਰ ਤੇ ਪਕੜ ਸ਼ਮਕਾਂ ਪਰੀ ਆਦਮੀ ਤੇ ਕਹਿਰਵਾਨ ਹੋਈ। ਰਾਂਝੇ ਉੱਠ ਕੇ ਆਖਿਆ ਵਾਹ ਸੱਜਣ। ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਕੱਛੇ ਵੰਝਲੀ ਕੰਨਾਂ ਦੇ ਵਿੱਚ ਵਾਲੇ ਜ਼ੁਲਫ ਮੁਖੜੇ ਤੇ ਪਰੇਸ਼ਾਨ ਹੋਈ। ਸੂਰਤ ਯੂਸੁਫ ਦੀ ਵੇਖ ਤੈਮੂਸ ਵੇਟੀ ਸਣੇ ਮਾਲਕੇ ਬਹੁਤ ਹੈਰਾਨ ਹੋਈ। ਨੈਣ ਮਸਤ ਕਲੇਜੜੇ ਵਿੱਚ ਤਾਣੇ ਹੀਰ ਘੋਲ ਘੱਤੀ ਕਰਵਾਨ ਹੋਈ। ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ ਕਾਹੀ ਨਹੀਂ ਉਹ ਗੱਲ ਬੇਸ਼ਾਨ ਹੋਈ। ਕਾਹੀ ਨਹੀਂ ਉਹ ਗੱਲ ਬੇਸ਼ਾਨ ਹੋਈ। ਹੀਰ ਰਾਂਝੇ ਦੇ ਪਿਆਰ ਵਿੱਚ ਇੰਨੀ ਪਾਗਲ ਹੋ ਗਈ ਕਿ ਉਸ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੀ ਸੀ ਤੇ ਹੀਰ ਨੇ ਰਾਂਝੇ ਨੂੰ ਆਪਣੇ ਨੇੜੇ ਰੱਖਣ ਲਈ ਆਪਣੇ ਪਿਓ ਕੋਲ ਮੱਝਾਂ ਦੇ ਚਾਰੂ ਵਜੋਂ ਨੌਕਰੀ ਦਿਵਾ ਦਿੱਤੀ। ਹੁਣ ਉਹ ਚੋਰੀ ਚੋਰੀ ਇੱਕ ਦੂਜੇ ਨੂੰ ਮਿਲਦੇ।
ਹੀਰ ਦੇ ਪਿਆਰ ਵਿੱਚ ਰਾਂਝੇ ਨੇ 12 ਸਾਲ ਹੀਰ ਦੇ ਪਿਓ ਦੀਆਂ ਮੱਝਾਂ ਚਰਾਈਆਂ। ਹੌਲੀ-ਹੌਲੀ ਉਹਨਾਂ ਦੇ ਪਿਆਰ ਦੇ ਕਿੱਸੇ ਸਾਰੇ ਪਿੰਡ ਵਿੱਚ ਫੈਲ ਗਏ ਤੇ ਇਹ ਗੱਲ ਹੀਰ ਦੇ ਚਾਚੇ ਕੈਦੋਂ ਦੇ ਕੰਨਾਂ ਤੱਕ ਜਾ ਪਹੁੰਚੀ ਤੇ ਕੈਦੋਂ ਨੇ ਹੀਰ ਤੇ ਰਾਂਝੇ ਦੇ ਪਿਆਰ ਦੀ ਗੱਲ ਉਹਦੇ ਘਰਦਿਆਂ ਨੂੰ ਦੱਸ ਦਿੱਤੀ ਤੇ ਹੀਰ ਦੇ ਘਰਦਿਆਂ ਨੇ ਰਾਂਝੇ ਨੂੰ ਕੰਮ ਤੋਂ ਕੱਢ ਦਿੱਤਾ। ਹੀਰ ਦੇ ਪਿਓ ਨੇ ਹੁਸ਼ਿਆਰੀ ਵਰਤ ਕੇ ਹੀਰ ਦਾ ਵਿਆਹ ਰੰਗਪੁਰ ਖੇੜਿਆਂ ਦੇ ਸੈਦੇ ਨਾਲ ਕਰ ਦਿੱਤਾ ਤੇ ਜਦੋਂ ਹੀਰ ਦੇ ਵਿਆਹ ਦੀ ਗੱਲ ਰਾਂਝੇ ਦੇ ਕੰਨੀ ਪਈ ਤਾਂ ਰਾਂਝਾ ਇਸ ਗੱਲ ਨੂੰ ਨਾ ਸਹਾਰਦਾ ਹੋਇਆ ਜੋਗੀ ਬਾਲ ਨਾਥ ਦੇ ਟਿੱਲੇ ਜਾ ਪਹੁੰਚਿਆ ਤੇ ਉਸਨੇ ਹੀਰ ਦੇ ਵਿਜੋਗ ਵਿੱਚ ਜੋਗ ਲੈ ਲਿਆ। ਪਰ ਹੀਰ ਨੂੰ ਮੁੜ ਤੋਂ ਦੇਖਣ ਦੀ ਆਸ ਲੈ ਕੇ ਰਾਂਝਾ ਹੀਰ ਨੂੰ ਟੋਲਦਾ ਇੱਕ ਦਿਨ ਰੰਗਪੁਰ ਖੇੜੇ ਜਾ ਪਹੁੰਚਿਆ ਤੇ ਸੈਦੇ ਦੇ ਬੂਹੇ ਅੱਗੇ ਜਾ ਕੇ ਖੈਰ ਲਈ ਆਵਾਜ਼ ਮਾਰੀ ਤੇ ਜਦੋਂ ਰਾਂਝੇ ਦੀ ਆਵਾਜ਼ ਹੀਰ ਦੇ ਕੰਨੀ ਪਈ ਤਾਂ ਜੋਗੀ ਨੂੰ ਖੈਰ ਪਾਉਣ ਲਈ ਹੀਰ ਭੱਜੀ ਬੂਹੇ ਤੇ ਆ ਗਈ। ਹੀਰ ਨੂੰ ਆਪਣਾ ਪਤੀ ਸੈਦਾ ਬਿਲਕੁਲ ਵੀ ਪ੍ਰਵਾਨ ਨਹੀਂ ਸੀ ਕਿਉਂਕਿ ਉਹਦਾ ਇਹ ਵਿਆਹ ਉਹਦੀ ਇੱਛਾ ਦੇ ਖਿਲਾਫ ਹੋਇਆ ਸੀ। ਸਹੁਰੇ ਘਰ ਵਿੱਚ ਉਹਦੀ ਇੱਕ ਨਨਾਣ ਸੀ ਸੈਤੀ ਤੇ ਸੈਤੀ ਮੁਰਾਦ ਨਾਂ ਦੇ ਕਿਸੇ ਬਲੋਚ ਨੂੰ ਪਿਆਰ ਕਰਦੀ ਸੀ। ਛੇਤੀ ਹੀ ਹੀਰ ਅਤੇ ਸੈਤੀ ਇੱਕ ਦੂਜੇ ਨਾਲ ਆਪਣੇ ਮਨ ਦਾ ਭੇਦ ਸਾਂਝਾ ਕਰਨ ਲੱਗੀਆਂ ਤੇ ਸੈਤੀ ਦੀ ਮਦਦ ਨਾਲ ਹੀਰ ਜੋਗੀ ਰਾਂਝੇ ਨੂੰ ਮਿਲਣ ਲੱਗੀ। ਹੀਰ ਆਖਦੀ ਜੋਗੀਆ ਝੂਠ ਬੋਲੇ ਕੌਣ ਵਿਛੜੇ ਯਾਰ ਮਿਲਾਉਂਦਾ ਈ। ਇਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ ਜਿਹੜਾ ਗਿਆਨ ਨੂੰ ਮੋੜ ਲਿਆਉਂਦਾ ਈ। ਸਾਡੇ ਚੰਮ ਦੀਆਂ ਜੁੱਤੀਆਂ ਕਰੇ ਸੋਈ ਜਿਹੜਾ ਜੀਓ ਦਾ ਰੋਗ ਗਵਾਉਂਦਾ ਈ। ਭਲਾ ਦੱਸ ਖਾਂ ਚਿਰੀ ਬਿਸ਼ੁੰਨਿਆਂ ਨੂੰ ਕਦੋਂ ਰੱਬ ਸੱਚਾ ਘਰੀ ਲਿਆਉਂਦਾ ਈ। ਕਦੋਂ ਰੱਬ ਸੱਚਾ ਘਰੀ ਲਿਆਉਂਦਾ ਈ। ਰਾਂਝੇ ਨੇ ਰੰਗਪੁਰ ਪਿੰਡ ਦੇ ਬਾਹਰ ਡੇਰੇ ਲਾ ਲਏ ਤੇ ਪਿੰਡ ਦੇ ਲੋਕੀ ਰਾਂਝੇ ਨੂੰ ਫਕੀਰ ਮੰਨ ਕੇ ਪੂਜਣ ਲੱਗੇ। ਹੀਰ ਰਾਂਝੇ ਦੇ ਗਮ 'ਚ ਬਹੁਤ ਬਿਮਾਰ ਹੋ ਗਈ ਤੇ ਵੈਦ ਹਕੀਮਾਂ ਤੋਂ ਵੀ ਰਾਜ਼ੀ ਨਾ ਹੋਈ। ਆਖਿਰ ਹੀਰ ਦੇ ਸਹੁਰੇ ਨੇ ਰਾਂਝੇ ਕੋਲੋਂ ਆਪਣੀ ਨੂੰਹ ਦੀ ਚੰਗੀ ਸਿਹਤ ਲਈ ਮੰਨਤ ਮੰਗੀ। ਸਹੁਰੇ ਦੀ ਗੱਲ ਮੰਨ ਕੇ ਰਾਂਝਾ ਹੀਰ ਦੇ ਘਰ ਆਇਆ ਤੇ ਉਹਨੇ ਜਦੋਂ ਹੀਰ ਦੇ ਸਿਰ ਤੇ ਆਪਣਾ ਹੱਥ ਰੱਖਿਆ ਤਾਂ ਹੀਰ ਇੱਕਦਮ ਚੰਗੀ ਹੋ ਗਈ ਤੇ ਜਦੋਂ ਲੋਕਾਂ ਨੂੰ ਅਸਲੀਅਤ ਪਤਾ ਲੱਗੀ ਕਿ ਇਹ ਫਕੀਰ ਕੋਈ ਫਕੀਰ ਨਹੀਂ ਬਲਕਿ ਰਾਂਝਾ ਹੈ ਤਾਂ ਉਹਨਾਂ ਨੇ ਕੁੱਟਮਾਰ ਕਰਕੇ ਰਾਂਝੇ ਨੂੰ ਪਿੰਡੋਂ ਬਾਹਰ ਕੱਢ ਦਿੱਤਾ। ਕੁਝ ਸਮੇਂ ਪਿੱਛੋਂ ਸੈਤੀ ਦੀ ਮਦਦ ਦੇ ਨਾਲ ਹੀਰ ਅਤੇ ਰਾਂਝਾ ਰੰਗਪੁਰ ਤੋਂ ਭੱਜ ਗਏ। ਪਤਾ ਲੱਗਣ ਤੇ ਰੰਗਪੁਰ ਖੇੜਿਆਂ ਦੇ ਬੰਦੇ ਉਹਨਾਂ ਨੂੰ ਫੜਨ ਲਈ ਦੌੜੇ। ਅਖੀਰ ਉਹਨਾਂ ਦਾ ਪਿੱਛਾ ਕਰਦਿਆਂ ਇਸ ਪ੍ਰੇਮੀ ਜੋੜੇ ਨੂੰ ਫੜ ਲਿਆ ਗਿਆ ਤਾਂ ਇਹ ਮਾਮਲਾ ਕੋਟ ਕਬੀਲੇ ਦੇ ਕਾਜ਼ੀ ਕੋਲ ਗਿਆ। ਉਸਨੇ ਦੋਹਾਂ ਧਿਰਾਂ ਨੂੰ ਸੁਣਨ ਪਿੱਛੋਂ ਫੈਸਲਾ ਹੀਰ ਅਤੇ ਰਾਂਝੇ ਦੇ ਹੱਕ ਵਿੱਚ ਕਰ ਦਿੱਤਾ। ਇੱਕ ਰਵਾਇਤ ਅਨੁਸਾਰ ਜਦੋਂ ਇਹ ਜੋੜੀ ਹੀਰ ਦੇ ਮਾਪਿਆਂ ਕੋਲ ਪਹੁੰਚੀ ਤਾਂ ਉੱਥੇ ਉਹਨਾਂ ਦੀ ਕੋਝੀ ਚਾਲ ਦੀ ਸ਼ਿਕਾਰ ਹੋ ਗਈ। ਹੀਰ ਦੇ ਮਾਪਿਆਂ ਨੇ ਰਾਂਝੇ ਨੂੰ ਕਿਹਾ ਕਿ ਉਹ ਬਕਾਇਦਾ ਜੰਝ ਲੈ ਕੇ ਆਵੇ ਤੇ ਹੀਰ ਨੂੰ ਵਿਆਹ ਕੇ ਲੈ ਜਾਵੇ। ਰਾਂਝਾ ਉਹਨਾਂ ਦੀ ਗੱਲ ਮੰਨ ਕੇ ਆਪਣੇ ਪਿੰਡ ਵਿਆਹ ਦਾ ਪ੍ਰਬੰਧ ਕਰਨ ਲਈ ਚਲਾ ਗਿਆ। ਪਿੱਛੋਂ ਹੀਰ ਦੇ ਚਾਚੇ ਕੈਦੋਂ ਨੇ ਐਸੀ ਚਾਲ ਚੱਲੀ, ਹੀਰ ਨੂੰ ਮਾਰਨ ਦੀ ਐਸੀ ਘੜਤ ਕੜੀ। ਹੀਰ ਅਤੇ ਰਾਂਝੇ ਦਾ ਪਿਆਰ ਹੀਰ ਦੇ ਚਾਚੇ ਕੈਦੋਂ ਨੂੰ ਪ੍ਰਵਾਨ ਨਹੀਂ ਸੀ। ਉਹ ਹੀਰ ਤੇ ਰਾਂਝੇ ਨੂੰ ਕਦੇ ਇੱਕ ਹੁੰਦਿਆਂ ਨਹੀਂ ਸੀ ਦੇਖ ਸਕਦਾ। ਇਸ ਕਰਕੇ ਕੈਦੋਂ ਨੇ ਰਾਂਝੇ ਦੇ ਜਾਣ ਪਿੱਛੋਂ ਹੀਰ ਨੂੰ ਜ਼ਹਿਰ ਖਵਾ ਕੇ ਮਾਰ ਦਿੱਤਾ ਤੇ ਜਦੋਂ ਹੀਰ ਦੀ ਮੌਤ ਦੀ ਖਬਰ ਰਾਂਝੇ ਦੇ ਕੰਨੀ ਪਈ ਤਾਂ ਰਾਂਝੇ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ। ਹੀਰ ਤੇ ਰਾਂਝੇ ਨੂੰ ਝੰਗ ਵਿੱਚ ਹੀ ਦਫਨਾ ਦਿੱਤਾ ਗਿਆ ਤੇ ਅੱਜ ਵੀ ਦੂਰ ਤੋਂ ਲੋਕ ਇਹਨਾਂ ਦੀ ਮਜ਼ਾਰ ਤੇ ਆਉਂਦੇ ਹਨ।